नमस्कार, मैं हूं दीपांशी पुहाल और आप मेरे साथ देख रहे हैं उदय न्यूज लाइव। आइए रुक करते हैं कुछ खास खबरों की ओर, जहां पंजाब के लाखों किसान अपने अधिकारों की मांग के लिए दिल्ली में धरने पर बैठे। उनकी अनुपस्थिति में महिला किसान भी अपनी जिम्मेदारियां पूरी कर रही हैं। दिल्ली के भाजपा सांसद हंसराज आज किसान संगठनों से घिरे स्थानीय शहीदी पार्क में बाबा साहेब भीमराव अंबेडकर को समर्पित एक कार्यक्रम में शामिल होने के लिए मोगा पहुंचे। दूसरी ओर किसान संगठनों ने उनका कड़ा विरोध किया है। किसानों का कहना है कि अगर हंसराज हंस वास्तव में उन किसानों के साथ है तो उन्हें भाजपा से नाता तोड़ लेना चाहिए और अपने पूरे नेतृत्व से इस्तीफा दे देना चाहिए। प्रशासन द्वारा सैकड़ों कर्मचारियों को तैनात किया गया था। ਅਸੀਂ ਜੀ ਇਹਨੂੰ ਆਪਦੀ ਦੁਸ਼ਮਣ ਸਮਝਦੇ ਆ ਭਾਜਪਾ ਨੂੰ। ਇਹ ਭਾਜਪਾ ਦਾ ਐਮਪੀ ਹੈ, ਸਾਡੇ ਪੰਜਾਬ ਦੇ ਮਤਲਬ ਅਨਾਜ ਦੇ ਨਾਲ ਪਲਿਆ ਹੈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਐਡਾ ਉੱਚਾ ਮਾਣ ਸਨਮਾਨ ਦਿੱਤਾ ਤੇ ਲੱਖਾਂ ਵੋਟਾਂ ਦੇ ਨਾਲ ਜਿਤਾਇਆ ਤੇ ਅੱਜ ਉਹ ਇੱਕ ਵੋਟ ਆਪਦੀ ਦੇਵੇ ਸਾਨੂੰ। ਇੱਕ ਪਾਸੇ ਹੰਸਰਾਜ ਬਿਆਨ ਦੇ ਰਹੇ ਨੇ ਮੈਂ ਕਿਸਾਨਾਂ ਦੇ ਨਾਲ ਹੈ, ਇਹਦੇ ਸੰਬੰਧ ਤੁਸੀਂ ਕੀ ਕਹੋਗੇ? ਬਿਆਨ ਦੇਣ ਚ ਕੀ ਹਰਜ ਆ ਜੀ? ਵਿਨੇ ਸ਼ਰਮਾ ਵੀ ਕਹਿ ਹੀ ਰਿਹਾ, ਪਰ ਗੱਲ ਤਾਂ ਮਤਲਬ ਬਿਆਨ ਤਾਂ ਆਇਆ ਉਹ ਅਸਤੀਫਾ ਦੇ ਕੇ ਸਾਡੇ ਵਿੱਚ ਆਵੇ। ਕਿਸੇ ਉਹ ਨਹੀਂ ਕਹਿੰਦਾ ਸਾਡੀ ਯੂਨੀਅਨ ਚ ਆਵੇ, ਕਿਸੇ ਯੂਨੀਅਨ ਚ ਜਾਵੇ, ਅਸਤੀਫਾ ਦੇਵੇ। ਅਸਤੀਫਾ ਦੇ ਕੇ ਸਾਡੇ ਕਿਸਾਨਾਂ ਦੇ ਨਾਲ ਸਾਡੇ ਧਰਨੇ ਰੋਸ। ਸਿੰਘ ਜੀ, ਤੁਸੀਂ ਉਰੇ ਹੰਸਰਾਜ ਦਾ ਘਿਰਾਓ ਕਰਨ ਵਾਸਤੇ ਪਹੁੰਚੋ, ਕੀ ਕਾਰਨ ਹੈ? ਕਾਰਨ ਸਾਨੂੰ ਪਤਾ ਲੱਗਿਆ ਹੰਸਰਾਜ ਹੰਸ ਭਾਜਪਾ ਦਾ ਐਮਐਲਏ ਜਾਂ ਕੁਛ ਵੀ ਹੋਵੇ, ਵੋਟਾਂ ਸਾਡੀਆਂ ਨਾਲ ਬਣਿਆ ਹੋਇਆ ਏ। ਇਹ ਜੇ ਕਹਿੰਦਾ ਇਹਨਾਂ ਦੇ ਨਾਲ ਆ ਤਾਂ ਚੱਲੇ ਦਿੱਲੀ ਬਾਰਡਰ ਤੇ ਸੈਂਟਰ ਸਰਕਾਰ ਦੇ ਮੂਹਰੇ ਜਾ ਕੇ ਬਿਆਨ ਦੇਵੇ ਵੀ ਮੈਂ ਕਿਸਾਨਾਂ ਨਾਲ ਆ। 4.5 ਮਹੀਨੇ ਹੋ ਗਏ, ਸਾਡੀਆਂ ਮਾਵਾਂ ਸਾਡੇ ਬੱਚੇ, ਹੁਣ ਇਹਨਾਂ ਨੂੰ ਹਲੇ ਹੁਣ ਪਤਾ ਲੱਗਿਆ ਮੋਦੀ ਨੂੰ। ਕੱਲ ਆ ਜਿਹੜਾ ਬਿਆਨ ਦੇ ਰਿਹਾ ਸ਼ਾਹ ਆ ਬੱਚਿਆਂ ਨੂੰ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਉਹਨੂੰ ਬੱਚਾ ਬਜ਼ੁਰਗਾਂ ਦਾ ਆਇਆ। ਜੇ ਬੱਚੇ ਬਜ਼ੁਰਗਾਂ ਨੂੰ ਉਹਨੇ ਘਰੇ ਭੇਜਣਾ ਤਾਂ ਸਾਡੇ 3 ਆਰਡੀਨੈਂਸ ਬਿੱਲ 2020 ਰੱਦ ਕਰੇ, ਫੇਰ ਜਾਵਾਂਗੇ। ਨਹੀਂ ਛੱਡਦੇ ਸੰਘਰਸ਼, ਬਾਈਕਾਟ ਕਰਾਂਗੇ। ਇੱਥੇ ਕੋਈ ਵੀ ਭਾਜਪਾ ਲੀਡਰ ਆਵੇ, ਕਿਤੇ ਵੀ ਆਵੇ, ਉਹਦਾ ਬਾਈਕਾਟ ਕਰਾਂਗੇ ਅਸੀਂ। ਕਿਸਾਨ ਜਥੇਬੰਦੀਆਂ ਵੱਲੋਂ 8 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਉਸ ਨੂੰ ਲੈ ਕੇ ਆਪਣੀ ਕੀ ਤਿਆਰੀਆਂ ਚੱਲ ਰਹੀਆਂ? ਭਾਰਤ ਬੰਦ ਦਾ ਸੱਦਾ ਸਾਡੇ ਲੀਡਰ ਉਹ ਬਿਆਨ ਲੈਣੇ ਕੀ ਹੈ? ਪੂਰਾ ਮੁਕੰਮਲ ਤੌਰ ਤੇ ਪੂਰਾ ਭਾਰਤ, ਹਿੰਦੁਸਤਾਨ ਨਹੀਂ ਕਹਾਂਗੇ, ਭਾਰਤ ਕਹਾਂਗੇ। ਸਾਡਾ ਦੇਸ਼ ਭਾਰਤ ਆ। ਸਾਰਿਆਂ ਨੂੰ ਬੇਨਤੀ ਹੈ ਭੈਣੇ, ਇੱਥੇ ਬਹਿ ਜਾਓ। ਕਾਰਨ ਸਾਡਾ ਇਹੀ ਹੈ ਕਿ ਜੋ ਹੰਸਰਾਜ ਹੰਸ ਹੈ ਬੀਜੇਪੀ ਦਾ ਐਮਪੀ ਹੈ, ਸਾਡਾ ਬੀਜੇਪੀ ਨਾਲ ਧੁਰ ਤੋਂ ਹੀ ਦੁਸ਼ਮਣੀ ਵਾਲਾ ਵਿਤਕਰਾ ਰਿਹਾ। ਉਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਜੋ ਮਤਰਈ ਮਾਂ ਵਾਲਾ ਸਲੂਕ ਕੀਤਾ, ਸਾਡੇ ਕਿਸਾਨਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ, ਸਾਡੀਆਂ ਜ਼ਮੀਨਾਂ ਖੋਹ ਰਹੇ ਨੇ। ਉਸ ਦੇ ਸੰਬੰਧ ਵਿੱਚ ਬੀਜੇਪੀ ਨੇਤਾ ਕੋਈ ਵੀ, ਅਸੀਂ ਉਸ ਦਾ ਸ਼ੁਰੂ ਤੋਂ ਲੈ ਕੇ ਘਰਾਓ ਹੀ ਕਰਾਂਗੇ। ਕਿਸਾਨਾਂ ਵੱਲੋਂ ਜਿਹੜਾ 8 ਨੂੰ ਬੰਦ ਦਾ ਸੱਦਾ ਦਿੱਤਾ ਗਿਆ, ਇਹਦੇ ਬਾਰੇ ਤੁਹਾਡੀ ਕਿੰਨੀਆਂ ਤਿਆਰੀਆਂ ਮੁਕੰਮਲ ਹੋ ਗਈਆਂ, ਕੀ ਕਰ ਸਾਡੀਆਂ ਤਿਆਰੀਆਂ ਪੂਰਨ ਤੌਰ ਤੇ ਮੁਕੰਮਲ ਨੇ। ਅਸੀਂ ਹਰ ਤਰ੍ਹਾਂ ਦੇ ਹਰ ਤਰੀਕੇ ਨਾਲ ਪੂਰੇ ਭਾਰਤ ਨੂੰ ਮੁਕੰਮਲ ਤੌਰ ਤੇ ਬੰਦ ਕਰਾਂਗੇ। ਇਸ ਦਾ ਪੂਰਾ ਸਮਰਥਨ 31 ਜਥੇਬੰਦੀਆਂ ਵੱਲੋਂ, ਇਸ ਦਾ ਪੂਰਾ ਸਮਰਥਨ ਕਿ 8 ਤਰੀਕ ਨੂੰ ਪੂਰਨ ਤੌਰ ਤੇ ਪੂਰਾ ਭਾਰਤ ਬੰਦ ਰਹੂਗਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਰ, ਕਿਸਾਨਾਂ ਦਾ ਕਹਿਣਾ ਹੈ ਜਾਂ ਤਾਂ ਤੁਸੀਂ ਉਹਨਾਂ ਦਾ ਸਮਰਥਨ ਕਰੋ, ਉਹਨਾਂ ਦੇ ਨਾਲ ਧਰਨੇ ਤੇ ਆ ਕੇ ਬੈਠੋ, ਤੇ ਜਾਂ ਫਿਰ ਅਸਤੀਫਾ ਦਿਓ, ਕੀ ਕਹੋਗੇ ਜੀ? ਹਾਂਜੀ, ਕੋਈ ਨਹੀਂ ਦੇਖਦੇ। ਨਹੀਂ ਸਰ, ਕਿਸਾਨ ਕਹਿ ਰਿਹਾ ਕਿ ਅਗਰ ਹੰਸਰਾਜ ਜੀ ਸਾਡੇ ਨਾਲ ਸਮਰਥਨ ਕਰਦੇ ਤਾਂ ਸਾਡੇ ਦੇ ਵਿੱਚ ਆਂਦੇ ਕਿਉਂ ਨਹੀਂ ਪਏਗੇ? ਸਰ, ਉਹਨਾਂ ਦਾ ਸਵਾਲ ਹੈ ਕਿਸਾਨਾਂ ਦਾ। ਠੀਕ ਹੈ, ਮੰਗਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ, ਕੀ ਉਹ ਜਾਇਜ਼ ਹੈਗੀਆਂ ਜੀ? ਮੰਗਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਉਹ ਕਰ ਰਹੇ ਹੈਗੇ? ਆਪਣੇ ਭਾਈ ਆ। ਹਾਂਜੀ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ। ਸਾਰੇ ਪੰਜਾਬ ਦੇ ਜਿਹੜੇ ਸਿੰਗਰ ਹੈਗੇ ਨੇ, ਸਾਰਿਆਂ ਨੇ ਸਨਮਾਨ ਜਿਹੜੇ ਵਾਪਸ ਕੀਤੇ ਨੇ, ਤੁਹਾਨੂੰ ਵੀ ਬਹੁਤ ਸਾਰੇ ਸਨਮਾਨ ਮਿਲੇ ਸੀ, ਕੀ ਤੁਸੀਂ ਪੰਜਾਬ ਦੇ ਸਿੰਗਰਾਂ ਦੇ ਨਾਲ ਹੋ? ਸ਼ਰੇਆਮ ਨਾਲ। ਮੈਂ ਪੰਜਾਬ 'ਚ ਹੀ ਹਾਂ, ਪੰਜਾਬੀ ਹਾਂ। ਦੂਜੀ ਗੱਲ ਇਹ ਹੈ ਜੀ, ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ, ਹੰਸ ਜੀ ਕਹਿ ਰਹੇ ਨੇ ਕਿ ਉਹ ਕਿਸਾਨਾਂ ਦੇ ਨਾਲ ਨੇ, ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ? ਮੈਂ ਉਹਨਾਂ ਦੇ ਨਾਲ ਹੀ ਬੈਠਾ। ਕਲਾਈਮੈਕਸ ਤੇ ਦੇਖਿਓ ਕੌਣ ਬੈਠਾ ਸੀ। ਉਹ ਕੁਝ ਲੋਕ ਹੁੰਦੇ ਆਪਣਾ ਬਾਰ-ਬਾਰ ਬੂਥਾ ਦਿਖਾਉਣਾ ਚਾਹੁੰਦੇ ਟੀਵੀ 'ਚ, ਮੈਂ ਉਹਨਾਂ 'ਚੋਂ ਨਹੀਂਗਾ। ਮੈਂ ਡੇ 1 ਤੋਂ ਜੁੜਿਆ ਹੋਇਆ, ਔਰ ਜਿੱਦਣ ਕਲਾਈਮੈਕਸ ਹੋਇਆ ਉਦੋਂ ਕਿਸਾਨ ਜਥੇਬੰਦੀਆਂ ਵੀ ਦੱਸਣਗੀਆਂ, ਸਰਕਾਰ ਵੀ ਦੱਸੇਗੀ ਕਿ ਇੱਕ ਅਦਨਾ ਜਿਹਾ ਬੰਦਾ ਉਹ ਵੀ ਲੱਗਾ ਹੋਇਆ ਸੀ। ਉਹਨਾਂ ਨੇ ਮੰਗਾਂ ਨੂੰ ਕਿਵੇਂ ਦੇਖਦੇ ਹੋ? ਬੀਜੇਪੀ ਲੱਗ ਤੋਂ ਇਲੈਕਸ਼ਨ ਲੜ ਰਹੀ ਹੈ ਜਾਂ ਅਕਾਲੀ ਦਲ ਦੇ ਨਾਲ ਲੜੇਗੀ? ਇਹ ਨਹੀਂ ਮੇਰਾ ਲਾਈਨ। किसान आंदोलन के समर्थन में उतरी आम आदमी पार्टी चंडीगढ़। कृषि सुधारों से जुड़े नए कानून के खिलाफ
आम आदमी पार्टी चंडीगढ़ के कार्यकर्ताओं ने किशनगढ़ चौक पर प्रदर्शन किया और केंद्र सरकार के खिलाफ जमकर नारेबाजी की। इस मौके पर आम आदमी पार्टी चंडीगढ़ के प्रदेशाध्यक्ष प्रेम गर्ग ने कहा कि हमारी पार्टी कृषि सुधार कानूनों के खिलाफ चल रहे किसानों के आंदोलन का समर्थन करती है और केंद्र सरकार से यह मांग करती है कि कोई भी कानून किसानों की सहमति के बिना ना बनाया जाए और कुछ समय के लिए इसे स्थगित कर दिया जाए या फिर पूरी तरह से रद्द कर दिया जाए और साथ ही एमएसपी को कानूनी तरीके से लागू किया जाए। हमारी मांग यही है कि जो किसानों के विरोध में ये बिल आए हैं इनको वापस लिया जाए या कम से कम कुछ समय के लिए इनको कोल्ड स्टोर में डाल दिया जाए। एक कमेटी बने जिसमें किसानों के रिप्रेजेंटेटिव हों, ऑपोजिशन के रिप्रेजेंटेटिव हों और वो जो राय दें उसके मुताबिक कानूनों को या तो वापस लिया जाए या कानूनों में उतना संशोधन किया जाए। और इसके साथ ही साथ कम से कम ये जरूर होना चाहिए कि किसानों की जो फसलें हैं उसका मिनिमम सपोर्ट प्राइस जो है उसका रिटर्न में एश्योरेंस दी जाए। किसी को भी आज के दिन में मोदी जी पे किसी तरह का विश्वास नहीं है, वो बर्बली जो मर्जी बोलते रहे। आपने देखा होगा नोटबंदी के दौरान उन्होंने कहा 50 दिन के बाद मैं किसी चौराहे पे आके खड़ा हो जाऊंगा, जिसने जो करना होगा कर लेना, लेकिन वो कभी भी आज तक चौराहे पे नहीं आए। तो मेरा ये मानना है कि मोदी जी की क्रेडिबिलिटी इस वक्त बिल्कुल जीरो है। जैसे ट्रंप की हार हुई ऐसे मोदी की भी हार होगी और हम ये चाहते हैं कि इन बिलों को बिल्कुल कोल्ड स्टोर में डाल दिया जाए या वापस लिया जाए। जो भी जिसके लिए बिल बनाए जाए उनकी राय से ही बिल बनाए जाए। सरकार का कहना है कि जो विरोधी पार्टियां हैं, जो खालिस्तानी है, वो इस आंदोलन को हाईजैक करती ये बीजेपी की जो आईटी फैक्ट्री है, डर्टी आईटी फैक्ट्री हम बोलते हैं, ये सोशल मीडिया पे कोई एक किसी ने गलत एक नारा लगा दिया उसको उठा के उसी को पब्लिसाइज कर देते हैं। और ये जो मीडिया भी है, मीडिया भी पूरा मोदी के सपोर्ट में बोलता है। एक छोटे से इंसिडेंट को लेके उसको तो हिला देते हैं। जो लोग लंगर लगा रहे हैं, जो फौजियों को या पुलिस वालों को लंगर खिला रहे हैं, उसके लिए तो किसी ने कुछ नहीं बोला। उसको बोलो ना, जो इतना अच्छे स्पीचें दे रहे हैं, इतनी अच्छी देश की एकता की बात कर रहे हैं, वो खालिस्तान नहीं है क्या? खालिस्तान सिर्फ वहाँ पे पंजाब के लोग हैं क्या? हरियाणा के, राजस्थान के, गुजरात के सब किसान हैं, उनको आप खालिस्तानी बोलते हो। जब भी हमने बीजेपी के अगेंस्ट बोला हम देशद्रोही हो जाते हैं। इसका मतलब सिर्फ देशभक्त पार्टी सिर्फ और सिर्फ बीजेपी है और बाकी सारे लोग देशद्रोही हैं। आप मेरे को बताइए कि आप देशद्रोही, अगर आप बीजेपी को वोट नहीं देते तो आप देशद्रोही हो जाते हो। ये बिल्कुल इन्होंने एक देश को बांट दिया है, दो धड़ों में बांट दिया। देश विरोधी जो है वो सारे ऑपोजिशन वाले हो गए और जो बीजेपी वाले वो सारे देशभक्त हो गए। बटाला में दिन दिहाड़े चली गोली, एक नौजवान हुआ जख्मी। दिन दिहाड़े बटाला में हुई फायरिंग। बटाला के सेखड़ी मोहल्ले के नजदीक जान से मार देने की नीयत से एक नौजवान पर फॉर्च्यूनर गाड़ी पर आए नौजवानों की तरफ से की गई फायरिंग। 4 राउंड गोली चलाई गई। भरत कल्याण नामक नौजवान हुआ जख्मी। गोली के हमले बचे नौजवान को कुछ भारी वस्तु मारकर किया जख्मी। गोली चलाने वाले मौके से फरार। पुलिस कर रही है जांच। पुलिस की तरफ से बयानों के आधार पर कानूनी कार्रवाई करने की कही जा रही है बात। ਸਾਹਿਬ ਦੀ ਦੁਕਾਨ ਤੇ ਬੈਠਾ ਸੀ ਸਪਲੀਮੈਂਟ ਸਟੋਰ ਦੀ। ਮੈਨੂੰ 2 ਮੁੰਡੇ ਬੁਲਾਉਣ ਆਏ ਆ, ਮੈਨੂੰ ਬਾਹਰ ਲੈ ਗਏ। ਮੈਨੂੰ ਕਹਿੰਦੇ ਗੱਲ ਸੁਣ, ਤੇ ਇਹਨਾਂ ਦੀ ATM ਲੱਗੇ, ਫਾਰਚੂਨਰ ਗੱਡੀ ਖੜੀ ਤੇ ਮੈਨੂੰ ਸੁੱਖ ਕਹਿੰਦਾ ਹੁਣ ਤੈਨੂੰ ਮਾਰ ਹੀ ਦੇਣਾ, ਹੁਣ ਕੀ ਫਾਇਦਾ ਤੇਰਾ। ਇੰਨੀ ਦੇਰ ਨੂੰ ਸਰ ਮੇਰੇ ਅੱਬੇ ਕੌਸ਼ਲ ਨੇ ਦਾਤਰ ਮਾਰਿਆ ਸਿਰ 'ਚ। ਬਾਅਦ 'ਚ ਸਾਰੇ ਮੈਨੂੰ ਮਾਰਨ ਲੱਗ ਗਏ ਤੇ ਬਾਅਦ 'ਚ ਇਹਨਾਂ ਨੇ ਜਦੋਂ ਪਿੱਛੇ ਕੀਤਾ ਮੈਂ ਇਹਨਾਂ ਨੂੰ, ਤੇ ਇਹਨਾਂ ਨੇ ਫਾਇਰ ਕੱਢਣੇ ਸ਼ੁਰੂ ਕਰਤੇ। ਅੱਬੇ ਕੌਸ਼ਲ ਨੇ ਤੇ ਬਘੇਲ ਨੇ ਤੇ ਨਾਲ ਸੁੱਖ ਨੇ ਵੀ। 3 ਵੈਪਨ ਸੀ ਇਹਨਾਂ ਕੋਲ, 2 ਪਿਸਟਲ ਤੇ 1 ਰਿਵਾਲਵਰ ਸੀ। ਕਿੰਨੇ ਰਾਉਂਡ ਫਾਇਰ ਕੀਤੇ ਗਏ? 4 ਰਾਉਂਡ ਫਾਇਰ ਕੀਤੇ ਇਹਨਾਂ ਨੇ। ਬਾਅਦ ਜਦੋਂ ਮੈਂ ਥੱਲੇ ਬੈਠਾ, ਮੈਂ ਮੋਟਰਸਾਈਕਲ ਨਾਲ ਢੋ ਲਾ ਕੇ ਤੇ ਇੱਦਾਂ ਬਹਿ ਗਿਆ। ਇਹਨਾਂ ਨੇ ਆਪਣੀ ਗੱਡੀ ਅੱਗੇ ਲਿਆਂਦੀ ਤੇ ਉਹਦੀ ਡਿੱਕੀ 'ਚੋਂ ਬੇਸ ਬੈਡ ਕੱਢੇ। ਬਾਅਦ 'ਚ ਬੇਸ ਬੈਡ ਮਾਰਨ ਲੱਗ ਗਏ ਮੇਰੇ। ਤੇ ਕਾਰਨ ਕੀ ਸੀ ਇਸ ਸਾਰੀ ਗੱਲ? ਮੈਨੂੰ ਕਿਸੇ ਗੱਲ ਦਾ ਨਹੀਂ ਪਤਾ। ਇਹਨਾਂ ਨੇ ਮੈਨੂੰ ਦੁਕਾਨ 'ਚੋਂ ਬੁਲਾਇਆ ਵਾ ਤੇ ਮੈਨੂੰ ਬਾਹਰ ਲੈ ਗਏ ਤੇ ਸੁੱਖ ਕਹਿੰਦਾ ਹੁਣ ਤੈਨੂੰ ਮਾਰ ਹੀ ਦੇਣਾ ਵਾ, ਕੋਈ ਚੱਕਰ ਨਹੀਂ ਆ। ਤੇ ਬਾਅਦ 'ਚ ਇੰਨੀ ਦੇਰ ਨੂੰ ਮੇਰੇ ਅੱਬੇ ਕੌਸ਼ਲ ਨੇ ਦਾਤਰ ਮਾਰਤਾ ਸਿਰ 'ਚ। ਕੀ ਚਾਹੁੰਦੇ ਸੀ? ਮੈਂ ਨਹੀਂ ਇਹਨਾਂ ਨੂੰ, ਮੈਂ ਸੈਂਟਰਾਂ ਬਾਹਰ ਹੀ 2-3 ਵਾਰੀ ਇਹਨਾਂ ਨੂੰ ਸੈਂਟਰਾਂ ਬਾਹਰ ਹੀ ਵੇਖਿਆ। ਮੈਂ ਨਹੀਂ ਇਹਨਾਂ ਨੂੰ ਜਾਣਦਾ। ਇਹਨਾਂ ਦਾ ਨੇਬਰ ਆ, ਮੇਰਾ ਫਰੈਂਡ ਆ, ਉਹਦੇ ਥਰੂ ਮੈਨੂੰ ਇਹਨਾਂ ਦੇ ਨਾਂ ਨੂੰ ਪਤਾ ਲੱਗਿਆ। ਜਿਹੜਾ ਭਾਰਤ ਕਲਿਆਣ ਹੈ, ਸਨ ਆਫ ਜਤਿੰਦਰ ਕਲਿਆਣ। ਜਤਿੰਦਰ ਕਲਿਆਣ MC ਨੇ ਵਾਰਡ ਨੰਬਰ 27 ਦੇ ਬਟਾਲਾ ਦੇ। ਅਤੇ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਾਈ ਦੀ ਇੰਸੀਡੈਂਟ ਹੋਇਆ ਹੈ
ਤੇ ਪਹਾੜੀ ਗੇਟ ਰੋਡ ਹੈਗੀ ਹੈ ਬਟਾਲਾ ਦੇ ਵਿੱਚ, ਜਿੱਥੇ ਕਿ ਇਹਨਾਂ ਦਾ ਇਹ ਲੜਾਈ ਹੋਈ ਆ। ਤੇ ਭਾਰਤ ਕਲਿਆਣ ਲੜਕਾ ਹੁਣ ਇਸ ਟਾਈਮ ਤੇ ਫॉर ਟ੍ਰੀਟਮੈਂਟ ਇੱਥੇ ਐਡਮਿਟ ਹੈ ਸਿਵਲ ਹਸਪੀਟਲ। ਤੇ ਇਹਦੇ ਕੋਲੋਂ ਇਨੀਸ਼ੀਅਲ ਜਿਹੜੀ ਅਸੀਂ ਗੱਲਬਾਤ ਉਹਦੇ ਕੋਲ ਪੁੱਛੀ ਹੈ ਤੇ ਉਹ ਦੱਸ ਰਿਹਾ ਕਿ ਇਹ ਆਪਣੇ ਕਜ਼ਨ ਦੇ ਨਾਲ ਉੱਥੇ ਸੀ, ਅੱਜ ਉੱਥੇ ਇੱਕ ਜਿਮ ਵਾਲੇ ਸਪਲੀਮੈਂਟ ਦੀ ਦੁਕਾਨ ਤੇ ਸੀ। ਤੇ ਇਹਦੇ ਤੇ ਕੁਝ 7-8 ਬੰਦਿਆਂ ਨੇ ਜਿਹੜਾ ਇੱਥੇ ਜਾਨਲੇਵਾ ਹਮਲਾ ਕੀਤਾ। ਇਹ 'ਤੇ ਫਾਇਰ ਵੀ ਕੀਤੇ ਗਏ ਨੇ ਤੇ ਇੱਕ ਖੋਲ ਜਿਹੜਾ ਇਹਨਾਂ ਦੇ ਵੱਲੋਂ ਹੀ ਮੌਕੇ ਤੋਂ ਜਿਹੜਾ ਇਹਨਾਂ ਨੇ ਉੱਥੋਂ ਫੜਿਆ ਉਹ ਪੁਲਿਸ ਦੇ ਹਵਾਲੇ ਕੀਤਾ। ਤੇ ਅਸੀਂ ਇਹਦੇ ਜਿਹੜਾ ਭਾਰਤ ਕਲਿਆਣ ਦੇ ਬਿਆਨ ਦੇ ਉੱਪਰ ਜੋ ਇਹ ਬਿਆਨ ਲਿਖਾ ਰਿਹਾ, IPC ਦੀਆਂ ਧਾਰਾਵਾਂ ਤਹਿਤ ਜੋ ਵੀ ਅਟੈਂਪਟ ਹੋਈ ਹੈ ਇਹਦੇ ਤੇ ਫਾਇਰ ਕਰਨ ਦੀ, ਉਹਦੇ ਤੇ ਉਸ ਤਹਿਤ ਆਰਮਸ ਐਕਟ ਦੇ ਤਹਿਤ ਅਸੀਂ ਜਿਹੜੀ ਅਗਲੀ ਕਾਰਵਾਈ ਜਿਹੜਾ ਕੇਸ ਰਜਿਸਟਰ ਕਰ ਰਹੇ ਹਾਂ। ਤੇ ਅਸੀਂ ਟੀਮਾਂ ਬਣਾ ਲਈਆਂ ਨੇ। ਟੀਮਾਂ ਬਣਾ ਕੇ ਅਸੀਂ ਜਿਨ੍ਹਾਂ ਦੇ ਨਾਮ ਲਿਖਾ ਰਹੇ ਨੇ ਉਹਨਾਂ ਦੇ ਘਰਾਂ ਉੱਤੇ ਰੇਡ ਕਰਕੇ ਤੇ ਜਿੱਥੇ ਵੀ ਉਹਨਾਂ ਦੇ ਵੇਅਰ ਅਬਾਊਟ ਹੈ ਉਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਕੇਸ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਕੋਈ ਦੱਸਿਆ ਗਿਆ ਜੀ ਕਿੰਨੇ ਬੰਦੇ ਸਨ ਤੇ ਕਿੰਨੇ ਫਾਇਰਿੰਗ ਜਿਹੜੇ ਜੀ ਇਹ ਲਿਖਾ ਰਹੇ ਨੇ। ਜਿਹੜੀ ਇਨੀਸ਼ੀਅਲ ਮੈਂ ਹੁਣ ਜਦੋਂ ਗੱਲਬਾਤ ਦੌਰਾਨ ਪੁੱਛਿਆ ਤੇ ਦੱਸ ਰਿਹਾ ਕਿ 4 ਫਾਇਰ ਕੀਤੇ ਗਏ ਨੇ ਤੇ ਤਕਰੀਬਨ ਜਿਹੜਾ 22 ਨੇਮ ਜਿਹੜੇ ਆ 5 ਬੰਦਿਆਂ ਦੇ ਨਾਮ ਲਿਖਾ ਰਿਹਾ ਨੇ, 2-3 ਅਨਨੋਨ ਬੰਦੇ ਲਿਖਾ ਰਹੇ ਨੇ ਕਿਉਂਕਿ ਫੋਰਚੂਨਰ ਕਾਰ ਤੇ ਆਏ ਸੀ ਤਾਂ ਜਿਮ ਦੇ ਸਪਲੀਮੈਂਟ ਦੀ ਦੁਕਾਨ ਦੇ ਵਿੱਚ ਬੈਠਾ ਸੀ, ਇਹਨੂੰ ਬਾਹਰ ਬੁਲਾ ਕੇ ਤੇ ਉੱਥੇ ਇਹਦੇ 'ਤੇ ਹਮਲਾ ਕੀਤਾ ਗਿਆ। ਸਰ ਲੜਾਈ ਦਾ ਕਾਰਨ ਕੀ ਹੈ? ਕਾਰਨ ਦੇਖੋ ਲਿਖ ਰਹੇ ਨੇ ਬਿਆਨ, जो भी रंजिश होएगी इन्हां दी जो लिखाउणगे ਉਹਦੇ मुताबिक बयान कर दिता जाएगा। इसी के साथ अब मुझे दीजिए इजाजत, फिर मिलेंगे कुछ खास खबरों के साथ। नमस्कार।